ਦੋਸਤੋ ਕੰਮ ਹੁੰਦਾ ਹੈ। ਉਸ ਦਾ ਔਖਾ ਜਾਂ ਸੌਖਾ ਹੋਣਾ ਉਸ ਨੂੰ ਕਰਨ ਵਾਲੇ ਦੀ ਲੋੜ, ਦਿਲਚਸਪੀ ਤੇ ਤਿਆਰੀ ਤੇ ਨਿਰਭਰ ਕਰਦਾ ਹੈ। ਸਫਲ ਵਿਅਕਤੀ ਜੋ ਹੁੰਦੇ ਨੇ ਉਹ ਔਖਾ ਕੰਮ ਪਹਿਲਾਂ ਕਰਦੇ ਨੇ, ਪਰ ਜਿਹੜੇ ਅਸਫਲ ਵਿਅਕਤੀ ਹੁੰਦੇ ਨੇ ਉਹਨਾਂ ਦੀ ਨਿਸ਼ਾਨੀ ਹੈ ਕਿ ਉਹ ਔਖਾ ਕੰਮ ਕਰਦੇ ਹੀ ਨਹੀਂ। ਸੌਖਾ ਕੰਮ ਦੋਸਤੋ ਹਰ ਕੋਈ ਕਰ ਸਕਦਾ ਹੈ, ਪਰ ਔਖਾ ਕੰਮ ਕਰਨ ਵਾਲੇ ਨੂੰ ਮਾਹਰ ਕਿਹਾ ਜਾਂਦਾ ਹੈ। ਸਾਰੇ ਹੀ ਇੰਪੋਰਟੈਂਟ ਕੰਮ ਔਖੇ ਹੁੰਦੇ ਨੇ। ਔਖੇ ਕੰਮਾਂ ਦਾ ਹੀ ਮਹੱਤਵ ਹੈ, ਉਹਨਾਂ ਦੀ ਹੀ ਇੰਪੋਰਟੈਂਸ ਹੈ, ਇਹਨਾਂ ਦਾ ਹੀ ਮੁੱਲ ਪੈਂਦਾ ਹੈ ਅਤੇ ਕਦਰ ਹੁੰਦੀ ਹੈ। ਹਰ ਨਵਾਂ ਕੰਮ ਜਾਂ ਪਹਿਲੀ ਵਾਰੀ ਕੀਤਾ ਜਾਣ ਵਾਲਾ ਕੰਮ, ਹਰੇਕ ਕੰਮ ਔਖਾ ਅਤੇ ਮੁਸ਼ਕਲ ਹੁੰਦਾ ਹੈ। ਔਖੇ ਕੰਮ ਨੂੰ ਕਰਨ ਦੇ ਲਈ ਸੋਚਣਾ ਵੱਧ ਪੈਂਦਾ ਹੈ, ਮੁਸ਼ਕਲ ਕੰਮ ਨੂੰ ਵਕਤ ਵੱਧ ਲੱਗਦਾ ਹੈ। ਜਦੋਂ ਕੋਈ ਕੰਮ 3 ਵਾਰ ਕਰ ਲਿਆ ਜਾਵੇ ਤਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣ ਦੇ ਕਾਰਨ ਉਹ ਕੰਮ ਸੌਖਾ ਹੋ ਜਾਂਦਾ ਹੈ, ਜਾਂ ਕਹਿ ਲਓ ਕਿ ਸੌਖਾ ਲੱਗਣ ਲੱਗ ਜਾਂਦਾ ਹੈ। ਸੌਖੇ ਕੰਮ ਕਰਨ ਵਾਲੇ ਨੂੰ ਔਖਾ ਕੰਮ ਦਿਓ, ਉਹ ਉਸ ਨੂੰ ਸਮਝਣ ਜਾਂ ਕਰਨ ਦਾ ਯਤਨ ਨਹੀਂ ਕਰੇਗਾ, ਬਹਾਨੇ ਲਾਵੇਗਾ, ਮੁਲਤਵੀ ਕਰੇਗਾ, ਗੈਰ ਹਾਜ਼ਰ ਹੋ ਜਾਵੇਗਾ। ਪਰ ਮਾਹਰ ਬਹਾਨੇ ਨਹੀਂ ਲਾਉਂਦੇ। ਉਹ ਥੋੜ੍ਹੇ ਚਿਰ ਦੇ ਵਿੱਚ ਵਧੇਰੇ ਕੰਮ ਕਰਕੇ ਖੁਸ਼ਹਾਲ ਹੋ ਜਾਂਦੇ ਨੇ। ਕੰਮ ਹਮੇਸ਼ਾ ਵਧੇਰੇ ਹੁੰਦੇ ਨੇ, ਉਹਨਾਂ ਨੂੰ ਕਰਨ ਦੇ ਲਈ ਸਮਾਂ ਹਰ ਵਾਰੀ ਘੱਟ ਹੁੰਦਾ ਹੈ। ਸਫਲ ਵਿਅਕਤੀ ਮਹੱਤਵਪੂਰਨ ਇੰਪੋਰਟੈਂਟ ਕੰਮਾਂ ਨੂੰ ਮਹੱਤਵ ਦਿੰਦੇ ਨੇ, ਦੂਸਰੇ ਸੌਖੇ ਕੰਮ ਕਰਦਿਆਂ ਹੀ ਸਮਾਂ ਲੰਘਾ ਦਿੰਦੇ ਨੇ। ਕਈ ਸੌਖੇ ਕੰਮਾਂ ਨੂੰ ਵੀ ਬੜਾ ਔਖਾ ਬਣਾ ਲੈਂਦੇ ਨੇ। ਤੁਸੀਂ ਆਪ ਇੰਪੋਰਟੈਂਟ ਕੰਮਾਂ ਦੀ ਸੂਚੀ ਬਣਾਓ। ਜਿਹੜੇ ਕੰਮ ਸਭ ਤੋਂ ਵੱਧ ਇੰਪੋਰਟੈਂਟ ਹੋਣ ਉਹ ਔਖੇ ਹੋਣਗੇ। ਦੋਸਤੋ, ਅਗਰ ਔਖੇ ਕੋਰਸ ਦੇ ਵਿੱਚ ਦਾਖਲਾ ਲਓਗੇ ਤਾਂ ਜ਼ਿੰਦਗੀ ਸੌਖੀ ਹੋ ਜਾਏਗੀ। ਸੌਖੇ ਕੋਰਸ ਕਰੋਗੇ ਤਾਂ ਬੇਰੁਜ਼ਗਾਰਾਂ ਦੀ ਭੀੜ ਦੇ ਵਿੱਚ ਗਵਾਚ ਜਾਓਗੇ। ਜਿਹੜੇ ਪੜ੍ਹਾਈ ਛੱਡ ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਰੁਕੀ ਹੋਈ ਹੁੰਦੀ ਹੈ, ਉਹਨਾਂ ਨੇ ਪੜ੍ਹਾਈ ਦੀ ਔਖ ਹੀ ਵੇਖੀ ਹੁੰਦੀ ਹੈ। ਨਿਕਲਣ ਵਾਲੇ ਚੰਗੇ ਨਤੀਜੇ ਉਹਨਾਂ ਨੂੰ ਨਹੀਂ ਦਿਸਦੇ। ਪੜ੍ਹਾਈ ਅਧੂਰੀ ਛੱਡਣ ਵਾਲੇ ਬਾਕੀ ਜ਼ਿੰਦਗੀ ਦੇ ਵਿੱਚ ਵੀ ਕੋਈ ਕੰਮ ਪੂਰਾ ਨਹੀਂ ਕਰ ਸਕਦੇ। ਕੰਮ ਅਧੂਰਾ ਛੱਡਣ ਵਾਲੇ ਨੌਕਰ ਹੀ ਰਹਿੰਦੇ ਨੇ। ਕੰਮ ਪੂਰਾ ਕਰਨ ਵਾਲੇ ਕੰਪਨੀਆਂ ਅਤੇ ਕਾਰਖਾਨਿਆਂ ਦੇ ਮਾਲਕ ਬਣ ਜਾਇਆ ਕਰਦੇ ਨੇ। ਮਾਪੇ, ਪਰਿਵਾਰ ਅਤੇ ਸਮਾਜ ਸਾਨੂੰ ਮਿਹਨਤ ਕਰਨ ਲਈ ਮੌਕੇ ਹੀ ਦੇ ਸਕਦੇ ਨੇ। ਔਖੇ ਸੌਖੇ ਅਤੇ ਸਫਲ ਅਸੀਂ ਆਪ ਹੀ ਹੋਣਾ ਹੁੰਦਾ। ਕੁਝ ਵੀ ਅਜਿਹਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ, ਜਾਂ ਜਿਸ ਦਾ ਅਭਿਆਸ ਕਰਨ ਦੇ ਨਾਲ ਮਾਹਰ ਨਹੀਂ ਬਣਿਆ ਜਾ ਸਕਦਾ। ਮੁੱਢ ਦੇ ਵਿੱਚ ਸਭ ਕੁਝ ਔਖਾ ਲੱਗਦਾ ਹੈ। ਮਤਲਬ ਸ਼ੁਰੂਆਤ ਜਦੋਂ ਅਸੀਂ ਕਿਸੇ ਚੀਜ਼ ਦੀ ਕਰਦੇ ਹਾਂ ਤਾਂ ਉਹ ਚੀਜ਼ ਔਖੀ ਲੱਗਦੀ ਹੈ, ਪਰ ਟ੍ਰੇਨਿੰਗ ਦੇ ਨਾਲ, ਅਭਿਆਸ ਦੇ ਨਾਲ ਆਪ ਮੁਹਾਰੇ ਤਬਲਾ ਵਜਾਉਣ ਦੇ ਵਾਂਗ ਅਤੇ ਹੱਥ ਛੱਡ ਕੇ ਸਾਈਕਲ ਚਲਾਉਣ ਦੇ ਵਾਂਗ ਸਭ ਕੁਝ ਸੌਖਾ ਹੋ ਜਾਂਦਾ ਹੈ। ਖੇਤਰ ਕੋਈ ਵੀ ਹੋਵੇ, ਕੁਝ ਕਰਨ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਕੰਮ ਕੀ ਹੈ, ਸੰਦ ਸਾਧਨ ਕਿਹੜੇ ਨੇ, ਸਮਾਂ ਕਿੰਨਾ ਹੈ ਤੇ ਰੁਕਾਵਟਾਂ ਕੀ ਨੇ। ਸਹੀ ਫੈਸਲਾ ਤਾਂ ਹੀ ਸੰਭਵ ਹੋਵੇਗਾ ਜੇ ਜ਼ਿੰਮੇਵਾਰੀ ਚੁੱਕੋਗੇ ਅਤੇ ਜੇ ਸੋਚ ਸਪਸ਼ਟ ਹੋਵੇਗੀ। ਸਪਸ਼ਟ ਸੋਚ ਔਖੇ ਕੰਮ ਕਰਨ ਦੇ ਨਾਲ ਹੀ ਪੈਦਾ ਹੁੰਦੀ ਹੈ, ਕਿਉਂਕਿ ਔਖੇ ਕੰਮਾਂ ਦੇ ਵਿੱਚ ਗਲਤੀਆਂ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਸਬਕ ਬਣ ਜਾਂਦੀਆਂ ਨੇ। ਔਖੇ ਕੰਮਾਂ ਦੇ ਵਿੱਚ ਸਿੱਖਣ ਅਤੇ ਪ੍ਰਯੋਗ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ। ਸੌਖੇ ਕੰਮਾਂ ਦੇ ਵਿੱਚ ਦੁਹਰਾਓ ਹੀ ਹੁੰਦਾ ਹੈ। ਇੱਕ ਹੀ ਕੰਮ ਇੱਕ ਹੀ ਢੰਗ ਦੇ ਨਾਲ ਬਾਰ-ਬਾਰ ਕਰਨ ਦਾ ਤਜਰਬਾ ਨਹੀਂ ਵੱਧਦਾ। ਸੋਚ ਖੁੰਡੀ ਹੁੰਦੀ ਜਾਂਦੀ ਹੈ, ਸਮਾਂ ਲੰਘਦਾ ਜਾਂਦਾ ਹੈ। ਮੇਰੀ ਇੱਕ ਗੱਲ ਯਾਦ ਰੱਖਣਾ ਕਿ ਕਿਸੇ ਸਮੇਂ ਪ੍ਰਿੰਸ ਨੇ ਇਹ ਤਾਕੀਦ ਕੀਤੀ ਸੀ, ਦੋਸਤੋ, ਤੁਹਾਡਾ ਸਰੀਰ ਤੁਹਾਨੂੰ ਉਨੀ ਹੀ ਐਨਰਜੀ ਦਿੰਦਾ ਹੈ ਜਿੰਨੀ ਕੁ ਐਨਰਜੀ ਤੁਸੀਂ ਮੰਗਦੇ ਹੋ, ਜਿੰਨੀ ਕੁ ਐਨਰਜੀ ਤੁਸੀਂ ਸੋਚਦੇ ਹੋ, ਜਿੰਨੀ ਐਨਰਜੀ ਹੱਥ ਵਿੱਚ ਫੜੇ ਕੰਮ ਨੂੰ ਕਰਨ ਦੇ ਲਈ ਚਾਹੀਦੀ ਹੁੰਦੀ ਹੈ, ਉਸ ਤੋਂ ਜ਼ਿਆਦਾ ਨਹੀਂ। ਮਸਲਨ ਤੁਸੀਂ ਦੌੜ ਲਗਾਓ ਅਤੇ ਇੱਕ ਟੀਚਾ ਮਿੱਥੋ ਕਿ ਇਸ ਫਲਾਣੀ ਬਿਲਡਿੰਗ ਜਾਂ ਇਸ ਜਗ੍ਹਾ ਦੇ ਉੱਤੇ ਹੀ ਜਾ ਕੇ ਰੁਕਾਂਗਾ। ਤੁਸੀਂ ਨੋਟ ਕਰੋਗੇ ਕਿ ਉਸ ਤੋਂ ਥੋੜ੍ਹਾ ਹੀ ਪਿੱਛੇ, 1-2 ਕਿੱਲੇ ਪਿੱਛੇ ਤੁਹਾਡਾ ਸਰੀਰ ਜਵਾਬ ਦੇਣਾ ਸ਼ੁਰੂ ਕਰ ਦੇਗਾ ਅਤੇ ਉਸ ਜਗ੍ਹਾ ਤੇ ਪਹੁੰਚਦਿਆਂ ਤੁਸੀਂ ਪੂਰੇ ਟੁੱਟ ਚੁੱਕੇ ਹੋਵੋਗੇ। ਤੁਹਾਡੀ ਤਸੱਲੀ ਹੋ ਚੁੱਕੀ ਹੋਵੇਗੀ ਕਿ ਹੁਣ ਇਸ ਤੋਂ ਅੱਗੇ ਜਾਣਾ ਸੰਭਵ ਨਹੀਂ, ਪਰ ਇਹੀ ਟੀਚਾ ਤੁਸੀਂ ਉਸ ਤੋਂ ਥੋੜ੍ਹਾ ਪਿੱਛੇ ਵੀ ਰੱਖ ਕੇ ਵੇਖਿਓ, ਤੁਸੀਂ ਉਸ ਜਗ੍ਹਾ ਤੇ ਪਹੁੰਚਦਿਆਂ ਵੀ ਇਹੀ ਹਾਲ ਮਹਿਸੂਸ ਕਰੋਗੇ। ਇਸ ਦਾ ਮਤਲਬ ਸਾਫ਼ ਹੈ
ਕਿ ਤੁਹਾਡਾ ਸਰੀਰ ਤੁਹਾਨੂੰ ਉਨੀ ਹੀ એનર્ਜੀ ਦਿੰਦਾ ਹੈ ਜਿੰਨੀ એનર્ਜੀ ਤੁਸੀਂ ਸੋਚ ਸਕਦੇ ਹੋ। ਜਿੱਥੇ ਤੱਕ ਤੁਸੀਂ ਪਹੁੰਚਣਾ ਹੁੰਦਾ ਹੈ, ਜਿਹੜੀ ਮੰਜ਼ਿਲ ਤੁਸੀਂ ਮਿੱਥਦੇ ਹੋ, ਜਿਹੜਾ ਟੀਚਾ ਤੁਸੀਂ ਮਿੱਥਦੇ ਹੋ, ਜਿਹੜਾ ਉਸ ਟੀਚੇ ਦੇ ਪ੍ਰਤੀ ਇੱਕ ਮਾਪਦੰਡ, ਇੱਕ ਹਾਇਰਾਰਕੀ, ਇੱਕ ਦਰਜਾਬੰਦੀ ਆਪਣੇ ਦਿਮਾਗ ਦੇ ਅੰਦਰ ਤੈਅ ਕਰਦੇ ਹੋ, ਤੁਹਾਡਾ ਸਬਕੌਂਸ਼ੀਅਸ ਮਾਈਂਡ ਉਨਾ ਹੀ ਬਾਰੂਦ ਇਕੱਠਾ ਕਰਕੇ ਤੁਹਾਨੂੰ એનર્ਜੀ ਦੇ ਰੂਪ 'ਚ ਪ੍ਰੋਵਾਈਡ ਕਰਦਾ ਹੈ। ਇਹ ਹਕੀਕਤ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਇਹ ਫੈਕਟ ਹੈ। ਇਸ ਕਰਕੇ ਵੱਡਾ ਸੋਚੋ। ਸਪਸ਼ਟ, ਸਾਫ਼, ਕਲੀਅਰ ਸੋਚ ਵਾਲੇ ਲੋਕ ਆਪਣੇ ਫੈਸਲਿਆਂ ਨੂੰ ਲਿਖ ਲੈਂਦੇ ਨੇ। ਲਿਖਤੀ ਫੈਸਲਿਆਂ, ਉਦੇਸ਼ਾਂ ਅਤੇ ਨਿਸ਼ਾਨੀਆਂ ਦੀ ਤਾਕਤ ਜ਼ਿਆਦਾ ਹੁੰਦੀ ਹੈ। ਇਹ ਫੈਸਲੇ ਜੋ ਤੁਸੀਂ ਵਿਉਂਤਾਂ ਬਣਾਉਂਦੇ ਹੋ, ਉਹਨਾਂ ਦੇ ਆਧਾਰ ਅਤੇ ਕੰਮਾਂ ਦੇ ਲਈ ਪ੍ਰੇਰਨਾ ਬਣਦੇ ਰਹਿੰਦੇ ਨੇ। ਜੇ ਵਿਉਂਤ ਸਾਇੰਸ ਹੋਵੇ ਤਾਂ ਸਫਲਤਾ ਹੀ ਮਿਲਦੀ ਹੈ। ਦਿਨਾਂ, ਮਹੀਨਿਆਂ, ਸਾਲਾਂ ਦੇ ਨਿਸ਼ਾਨੇ ਅਤੇ ਟਾਈਮ ਟੇਬਲ ਮਿੱਥਣ ਦੇ ਨਾਲ ਭਵਿੱਖ ਸਾਡੀ ਪਕੜ ਵਿੱਚ ਆ ਜਾਂਦਾ ਹੈ, ਫਿਊਚਰ ਸਾਡੇ ਹੱਥਾਂ 'ਚ ਆ ਜਾਂਦਾ ਹੈ। ਆਪਣੇ ਏਮ, ਆਪਣੇ ਨਿਸ਼ਾਨੇ ਮਿੱਥਣ ਦੇ ਨਾਲ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਪੱਖੋਂ ਸਪਸ਼ਟ ਹੋ ਜਾਂਦੇ ਹਾਂ, ਸਾਫ਼ ਹੋ ਜਾਂਦੇ ਹਾਂ। ਵਿਉਂਤਬੰਦੀ ਲਈ ਥੋੜ੍ਹਾ ਜਿਹਾ ਸਮਾਂ ਹੀ ਲੱਗਦਾ ਹੈ, ਪਰ ਇਸ ਦੇ ਨਾਲ ਬਹੁਤ ਵਕਤ, ਖਰਚ ਅਤੇ ਐਨਰਜੀ ਬਚ ਜਾਂਦੀ ਹੈ। ਬਿਨਾਂ ਵਿਉਂਤਬੰਦੀ ਤੋਂ ਛੇੜੇ ਕੰਮ ਕਦੇ ਨਹੀਂ ਮੁੱਕਦੇ। ਦਰਅਸਲ ਜ਼ਿੰਦਗੀ ਦੇ ਵਿੱਚ ਲਗਭਗ 20% ਕੰਮ ਹੀ ਇੰਪੋਰਟੈਂਟ ਹੁੰਦੇ ਨੇ, ਪਰ ਅਸੀਂ 80% ਨਤੀਜੇ ਸਿਰਜਦੇ ਅਤੇ ਫਾਇਦਾ ਕੱਢਦੇ ਹਾਂ। ਕਈ ਵਿਅਕਤੀ ਦਿਨ ਭਰ ਰੁੱਝੇ ਰਹਿੰਦੇ ਨੇ, ਪਰ ਪ੍ਰਾਪਤੀ, ਆਉਟਪੁੱਟ ਕੋਈ ਨਹੀਂ ਨਿਕਲਦੀ, ਕਿਉਂਕਿ ਉਹਨਾਂ ਨੇ ਕੰਮ ਵਿਉਂਤਿਆ ਨਹੀਂ ਹੁੰਦਾ, ਜਿਸ ਕਾਰਨ ਚੱਪੂਆਂ ਤੋਂ ਬਿਨਾਂ ਬੇੜੀ ਦੇ ਵਾਂਗ ਉਹ ਜਿੱਥੇ ਵੀ ਹੁੰਦੇ ਨੇ ਉੱਥੇ ਹੀ ਘੁੰਮਦੇ ਰਹਿੰਦੇ ਨੇ। ਦੁਨੀਆ ਦੇ ਵਿੱਚ ਕਿਸੇ ਵੀ ਕੰਮ ਦਾ ਜੋ ਮੁੱਲਵਾਨ ਭਾਗ ਹੁੰਦਾ ਹੈ ਉਹ ਔਖਾ ਹੀ ਹੁੰਦਾ ਹੈ। ਮਤਲਬ ਕਿ ਦੁਨੀਆ ਦੇ ਵਿੱਚ ਕਿਸੇ ਵੀ ਕਿੱਤੇ ਦੇ ਵਿੱਚ ਜਿਸ ਕੰਮ ਦੇ ਸਭ ਤੋਂ ਵੱਧ ਪੈਸੇ ਮਿਲਦੇ ਨੇ, ਜਿਸ ਦੇ ਵਿੱਚ ਸਭ ਤੋਂ ਵੱਧ ਪੈਸਾ ਬਣਦਾ ਹੈ, ਉਹ ਔਖਾ ਹੀ ਹੁੰਦਾ ਹੈ। ਦਿਲ ਜਾਂ ਦਿਮਾਗ ਦਾ ਆਪਰੇਸ਼ਨ ਕਰਨਾ ਬੜਾ ਔਖਾ ਹੁੰਦਾ ਹੈ, ਪਰ ਇਸ ਦੇ ਸਿੱਟੇ ਅਤੇ ਇਨਾਮ ਬੜੇ ਇੰਪੋਰਟੈਂਟ ਹੁੰਦੇ ਨੇ। ਕਈ ਥਾਵਾਂ ਤੇ, ਵਿਸ਼ੇਸ਼ ਕਰਕੇ ਪਿੰਡਾਂ ਦੇ ਵਿਦਿਆਰਥੀ ਇੰਪੋਰਟੈਂਟ ਵਿਸ਼ਿਆਂ ਨੂੰ ਪਹਿਲਾਂ ਤੋਂ ਹੀ ਔਖੇ ਐਲਾਨ ਕੇ ਸੌਖੇ ਸਬਜੈਕਟ ਚੁਣ ਲੈਂਦੇ ਨੇ। ਇਹ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੈ। ਡਿਗਰੀ ਮਿਲ ਜਾਂਦੀ ਹੈ, ਪਰ ਸੌਖੇ ਵਿਸ਼ਿਆਂ ਦੇ ਵਿੱਚ ਹੋਣ ਕਰਕੇ ਇਹੋ ਜਿਹੀ ਡਿਗਰੀ ਦਾ ਕੋਈ ਮੁੱਲ ਨਹੀਂ ਹੁੰਦਾ। ਨਿੱਕੇ ਅਤੇ ਸੌਖੇ ਕੰਮਾਂ ਨੂੰ ਪਹਿਲਾਂ ਕਰਨ ਦਾ ਹਰ ਕਿਸੇ ਨੂੰ ਲਾਲਚ ਹੁੰਦਾ, ਪਰ ਇਵੇਂ ਵੱਡੇ ਅਤੇ ਔਖੇ ਕੰਮਾਂ ਨੂੰ ਟਾਲਣ ਦੀ ਆਦਤ ਪੈ ਜਾਂਦੀ ਹੈ। ਪਰ ਹੌਲੀ-ਹੌਲੀ ਔਖੇ ਕੰਮਾਂ ਤੋਂ ਡਰ ਲੱਗਣ ਲੱਗ ਪੈਂਦਾ। ਸਮੇਂ ਨੇ ਗੁਜ਼ਰ ਹੀ ਜਾਣਾ ਹੁੰਦਾ, ਵਿਹਲਿਆਂ ਵੀ ਅਤੇ ਕੰਮ ਕਰਦਿਆਂ ਵੀ। ਸਾਰੇ ਕੰਮਾਂ ਦੇ ਵਾਸਤੇ ਕਿਸੇ ਨੂੰ ਵੀ ਵਕਤ ਨਹੀਂ ਮਿਲਦਾ, ਪਰ ਜੋ ਕੰਮ ਜ਼ਰੂਰੀ ਹੁੰਦਾ ਉਸ ਦੇ ਲਈ ਵਕਤ ਦੀ ਕਦੇ ਘਾਟ ਨਹੀਂ ਹੁੰਦੀ। ਵਿਹਲਿਆਂ ਕੋਲ ਕੁਝ ਵੀ ਇੰਪੋਰਟੈਂਟ ਕਰਨ ਲਈ ਸਮਾਂ ਨਹੀਂ ਹੁੰਦਾ, ਪਰ ਰੁੱਝਿਆਂ ਦੇ ਕੋਲ ਇੰਪੋਰਟੈਂਟ ਕੰਮਾਂ ਦੇ ਲਈ ਹੀ ਸਮਾਂ ਹੁੰਦਾ। ਉਹ ਜੋ ਕਰਦੇ ਨੇ ਉਹ ਮਹੱਤਵਪੂਰਨ, ਇੰਪੋਰਟੈਂਟ ਹੋ ਜਾਂਦਾ। ਔਖੇ ਕੰਮਾਂ ਦੇ ਨਤੀਜੇ ਹੁੰਦੇ ਸੁਖਾਵੇਂ ਨੇ, ਪਰ ਨਿਕਲਦੇ ਦੇਰ ਨਾਲ ਨੇ, ਜਦੋਂ ਕਿ ਸਧਾਰਨ ਅਤੇ ਸੌਖੇ ਕੰਮਾਂ ਦੇ ਨਤੀਜੇ ਨਿਕਲਦੇ ਹੀ ਨਹੀਂ, ਕੇਵਲ ਨਿਰਾਸ਼ ਕਰਨ ਵਾਲੇ ਸਿੱਟੇ ਹੀ ਮਿਲਦੇ ਨੇ। ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ, ਉਹਨਾਂ ਦੇ ਕੋਲ ਕਰਨ ਵਾਲਾ ਢੇਰ ਸਾਰਾ ਕੰਮ ਇਕੱਠਾ ਹੋਇਆ ਰਹਿੰਦਾ। ਜਦੋਂ ਕੰਮ ਦਾ ਬੋਝ ਬਹੁਤ ਹੋਵੇਗਾ ਤਾਂ ਗਲਤੀਆਂ ਵੀ ਸੁਭਾਵਕ ਕਹਿ ਕੇ ਜ਼ਿਆਦਾ ਹੀ ਹੋਣਗੀਆਂ। ਕਈ ਕੰਮ ਦੁਬਾਰਾ ਕਰਨੇ ਪੈਣਗੇ, ਬਹੁਤੇ ਕੰਮ ਅਧੂਰੇ ਰਹਿ ਜਾਣਗੇ। ਇਸੇ ਲਈ ਕਿਹਾ ਜਾਂਦਾ ਹੈ ਕਿ ਜ਼ਰੂਰੀ ਕੰਮ ਪਹਿਲਾਂ ਕਰੋ ਅਤੇ ਗੈਰ ਜ਼ਰੂਰੀ ਕੰਮ ਕਦੇ ਨਾ ਕਰੋ। ਖੇਤਰ ਕੋਈ ਵੀ ਹੋਵੇ, ਅਧੂਰੇ ਕੰਮ, ਅਗਾਂਹ ਵਾਲੇ ਕੰਮ ਰੁਕਾਵਟਾਂ ਪਾਉਂਦੇ ਨੇ। ਨੀਵੀਂ ਕਾਰਗੁਜ਼ਾਰੀ ਅਤੇ ਅਧੂਰੇ ਕੰਮਾਂ ਦੇ ਨਾਲ ਟਾਲ ਮਟੋਲ ਦੀ ਆਦਤ ਪੈ ਜਾਂਦੀ ਹੈ। ਇਹੀ ਕਾਰਨ ਹੈ ਕਿ ਨਿਕੰਮੇ ਕਰਮਚਾਰੀ ਵੱਧ ਛੁੱਟੀਆਂ ਲੈਂਦੇ ਨੇ ਅਤੇ ਅਧੂਰੇ ਕੰਮਾਂ ਦੀ ਚਿੰਤਾ ਕਾਰਨ ਉਹ ਵਧੇਰੇ ਬਿਮਾਰ ਵੀ ਪੈਂਦੇ ਨੇ। ਪਰ ਜੋ ਕਾਮਯਾਬ ਲੋਕ ਹੁੰਦੇ ਨੇ, ਉਹਨਾਂ ਦੀ ਸੋਚ ਭਵਿੱਖਮੁਖੀ ਹੁੰਦੀ ਹੈ। ਉਹ ਮੁਸਤਕਬਲ ਦੇ ਬਾਰੇ ਸੋਚਦੇ ਨੇ, ਫਿਊਚਰ ਦੇ ਬਾਰੇ ਸੋਚਦੇ ਨੇ। ਉਹ ਸਵੇਰੇ ਉੱਠਦੇ ਨੇ, ਉਹ ਹੋਰਨਾਂ ਦੇ ਜਾਗਣ ਤੋਂ ਪਹਿਲਾਂ 2 ਘੰਟੇ 'ਚ ਇੰਨਾ ਕੰਮ ਕਰ ਲੈਂਦੇ ਨੇ ਜਿਹੜਾ ਦਿਨ ਦੇ ਦੌਰਾਨ 6 ਘੰਟਿਆਂ 'ਚ ਵੀ ਕਰਨਾ ਸੰਭਵ ਨਹੀਂ ਹੁੰਦਾ। ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ 3 ਪੱਖ ਬੜੇ ਇੰਪੋਰਟੈਂਟ ਹੁੰਦੇ ਨੇ। ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਲਈ ਆਰਥਿਕ ਸਾਧਨ ਜੁਟਾਉਣੇ, ਪਰਿਵਾਰਕ ਜੀਵਨ ਨੂੰ ਸੌਖਾ ਬਣਾਉਣਾ ਅਤੇ ਸਿਹਤ ਦੇ ਪੱਖੋਂ ਤੰਦਰੁਸਤ ਰਹਿਣਾ। ਕੰਮ ਵਾਲੀ ਥਾਂ ਤੇ ਆਰਥਿਕ ਸਾਧਨ ਜੁਟਾਉਣ ਦੇ ਲਈ ਅਸੀਂ ਆਪਣੀ ਸਮੇਂ ਦਾ ਵੱਧ ਤੋਂ ਵੱਧ ਮੁੱਲ ਪਾਉਂਦੇ ਹਾਂ। ਪਰਿਵਾਰ ਨਾਲ ਗੁਜ਼ਾਰੇ ਵਕਤ ਲਈ ਸਾਡੇ ਵਿੱਚ
ਪਰਿਵਾਰ ਦੇ ਲਈ ਸੁੱਖ ਸਾਧਨ ਉਪਜਾਉਣ ਦੇ ਲਈ ਉਤਸ਼ਾਹ ਜਾਗਦਾ ਹੈ, ਜਿਸ ਦੇ ਨਾਲ ਕੰਮ ਕਰਨ ਦੀ ਸਾਡੀ ਸ਼ਕਤੀ ਵੱਧਦੀ ਹੈ। ਛੁੱਟੀਆਂ ਇਸੇ ਉਦੇਸ਼ ਦੇ ਨਾਲ ਹੁੰਦੀਆਂ ਨੇ ਤਾਂ ਕਿ ਸਮਾਂ ਪਰਿਵਾਰ ਦੇ ਨਾਲ ਬਿਤਾਇਆ ਜਾਵੇ। ਮਨੋਰੰਜਨ, ਐਂਟਰਟੇਨਮੈਂਟ, ਹੱਸਣਾ ਖੇਡਣਾ ਜ਼ਰੂਰੀ ਹੁੰਦਾ ਹੈ। ਜਸ਼ਨ ਮਨਾਉਣਾ ਚਾਹੀਦਾ ਹੈ, ਪਰ ਕੰਮ ਮੁਕਾਉਣ ਦੇ ਮਗਰੋਂ ਅਤੇ ਕੁਝ ਪ੍ਰਾਪਤ ਕਰਨ ਦੇ ਮਗਰੋਂ। ਸਫਲ ਵਿਅਕਤੀ ਕੰਮ ਅਤੇ ਪਰਿਵਾਰ ਦੇ ਵਿੱਚ ਸੰਤੁਲਨ ਉਸਾਰਦੇ ਨੇ। ਚੰਗੀ ਸਿਹਤ ਨਾਲ ਆਪਣੀ ਕਾਰਗੁਜ਼ਾਰੀ ਕੰਮਾਂ ਨੂੰ ਸੁਧਾਰਨ ਦੀ ਪ੍ਰੇਰਨਾ ਮਿਲਦੀ ਹੈ। ਕੰਮ ਵਾਲੀ ਥਾਂ ਸੌਖੀ ਹੋਣੀ ਚਾਹੀਦੀ ਹੈ ਤਾਂ ਕਿ ਕੰਮ ਕਰਨਾ ਚੰਗਾ ਲੱਗੇ। ਘਰ ਦੇ ਵਿੱਚ ਸੁੱਖ ਅਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਅਤੇ ਘਰ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਬਾਹਰੋਂ ਮੁੜਨ ਤੋਂ ਬਾਅਦ ਘਰ ਦੇ ਵਿੱਚ ਰਹਿਣਾ ਚੰਗਾ ਲੱਗੇ ਅਤੇ ਚੰਗੀ ਪੌਸ਼ਟਿਕ ਖੁਰਾਕ ਦੇ ਨਾਲ ਸਿਹਤ ਵੀ ਠੀਕ ਰਹੇ। ਜਿਸ ਕੰਮ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਹੈ ਅਤੇ ਆਮਦਨ ਵੀ ਵਾਜਬ ਹੁੰਦੀ ਹੈ, ਆਮਦਨ ਕਾਫੀ ਹੁੰਦੀ ਹੈ, ਉਸ ਨੂੰ ਕਰਨ ਲਈ ਕਹਿਣਾ ਨਹੀਂ ਪੈਂਦਾ। ਇਹੋ ਜਿਹੇ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਨੇ, ਪ੍ਰਯੋਗ ਕਰਨ ਦੀ ਮੌਜ ਮਾਣਦੇ ਨੇ। ਦੋਸਤੋ, ਸਭ ਕੁਝ ਬੜੀ ਤੇਜ਼ੀ ਨਾਲ ਬਦਲਦਾ ਹੈ। ਜੋ ਸਾਡਾ ਗਿਆਨ ਹੈ, ਜੋ ਸਾਡੀਆਂ ਯੋਗਤਾਵਾਂ ਨੇ, ਜੋ ਸਾਡੀਆਂ ਵਿਧੀਆਂ ਨੇ, ਜੋ ਤਕਨੀਕਾਂ ਨੇ, ਉਹ ਚੀਜ਼ਾਂ ਅਵਸਥਾ ਦੇ ਵਾਂਗ ਬਈਆਂ ਅਤੇ ਪੁਰਾਣੀਆਂ ਹੋ ਜਾਂਦੀਆਂ ਨੇ। ਇਹਨਾਂ ਨੂੰ ਨਵਿਆਉਣਾ ਚਾਹੀਦਾ ਅਤੇ ਸਮੇਂ ਦੇ ਹਾਣੀ ਬਣਾਉਣ ਦੇ ਲਈ ਲਗਾਤਾਰ ਯਤਨ ਕਰਨਾ ਪੈਂਦਾ। ਜਿਹੜੇ ਆਪਣੇ ਖੇਤਰ ਦੇ ਵਿੱਚ ਪਹਿਲਾਂ ਨਾਲੋਂ ਚੰਗਾ ਬਣਨਾ ਬੰਦ ਕਰ ਦਿੰਦੇ ਨੇ, ਉਹ ਫਿਰ ਮਾੜਾ ਬਣਨ ਲੱਗ ਪੈਂਦੇ ਨੇ। ਜਿਹੜਾ ਹੋਰਾਂ ਤੋਂ ਅੱਗੇ ਰਹਿਣਾ ਬੰਦ ਕਰ ਦਿੰਦਾ ਹੈ, ਉਹ ਪਛੜਨ ਲੱਗ ਜਾਂਦਾ ਹੈ। ਕੰਮ ਵਾਲੀ ਥਾਂ ਤੇ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ ਨਾਲ ਹੋਰਾਂ ਦੀਆਂ ਲੱਤਾਂ ਖਿੱਚਣ ਵਿੱਚ ਲਾਇਆ ਸਮਾਂ ਕੰਮਾਂ 'ਚ ਚੋਰੀ ਕੀਤਾ ਗਿਆ ਹੁੰਦਾ। ਅਜਿਹੇ ਵਿਅਕਤੀਆਂ ਤੋਂ ਜ਼ਿੰਦਗੀ ਵਿੱਚ ਗੋਲ ਕਰਨ ਵਾਲੀਆਂ ਕਿੱਕਾਂ ਨਹੀਂ ਵੱਜਦੀਆਂ। ਇਹ ਦੌੜਦੇ ਬਹੁਤ ਨੇ ਪਰ ਪਹੁੰਚਦੇ ਕਿਤੇ ਨਹੀਂ। ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਬਦਲਣ ਅਤੇ ਮਹੱਤਵ ਪ੍ਰਦਾਨ ਕਰਨ ਦੇ ਲਈ ਕੰਮ ਝਟਪਟ ਹੋਣ ਵਾਲੇ ਨਹੀਂ ਹੁੰਦੇ। ਇਹ ਸੌਖੇ ਬਿਲਕੁਲ ਵੀ ਨਹੀਂ ਹੁੰਦੇ। ਸਫਲ ਵਿਅਕਤੀ ਇਹਨਾਂ ਕੰਮਾਂ ਨੂੰ ਆਰੰਭ ਵਿੱਚ ਕਰਦੇ ਨੇ, ਸ਼ੁਰੂਆਤ 'ਚ ਕਰਨਾ ਅਤੇ ਕਰਨਾ ਜਾਰੀ ਰੱਖਦੇ ਨੇ, ਜਦੋਂ ਕਿ ਸਫਲ ਵਿਅਕਤੀ, ਫੇਲ ਵਿਅਕਤੀ ਸ਼ੁਰੂ ਹੀ ਨਹੀਂ ਕਰਦੇ। ਉਹ ਇਹਨਾਂ ਕੰਮਾਂ ਨੂੰ ਉਦੋਂ ਤੱਕ ਕਰਦੇ ਨੇ ਜਦੋਂ ਬਾਕੀਆਂ ਨੇ ਕਰ ਲਿਆ ਹੁੰਦਾ। ਸਹੀ ਗੱਲ ਹੈ, ਹਾਰਿਆਂ ਅਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ। ਇਹੀ ਕਾਰਨ ਹੈ ਕਿ ਸੌਖੇ ਕੰਮ ਵਾਲਿਆਂ ਦਾ ਕੋਈ ਨਾਂ ਥਾਂ ਨਹੀਂ ਹੁੰਦਾ। ਜੇ ਕਿਸੇ ਪ੍ਰਸਿੱਧ ਮਸ਼ਹੂਰ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤਾਂ ਇਹੋ ਜਿਹਾ ਪੁੱਤਰ ਪ੍ਰਸਿੱਧ ਡਾਕਟਰ ਨਹੀਂ ਬਣੇਗਾ, ਕਿਉਂਕਿ ਉਸਨੇ ਆਪਣਾ ਸੁੱਖ ਘੇਰਾ ਨਹੀਂ ਤਿਆਗਿਆ। ਹਰ ਕੰਮ ਤੇ ਮਦਦ ਦੇ ਲਈ ਪਿਤਾ ਹਾਜ਼ਰ ਹੋਣ ਕਰਕੇ ਉਸਨੇ ਆਪਣੀਆਂ ਸਮੱਸਿਆਵਾਂ ਆਪੇ ਹੱਲ ਕਰਨ ਲਈ ਔਖ ਨਹੀਂ ਹੰਢਾਈ ਹੁੰਦੀ। ਪੈਸੇ ਕਮਾਉਣ ਦੇ ਲਈ ਇਹ ਰਾਹ ਠੀਕ ਹੈ, ਪਰ ਨਾਂ ਥਾਂ ਕਮਾਉਣ ਦੇ ਲਈ ਪੁੱਤ ਨੂੰ ਵੱਖਰਾ ਖੇਤਰ ਚੁਣਨਾ ਪਏਗਾ। ਜੇ ਆਪਣਾ ਖੁਦ ਵੱਖਰਾ ਨਾਂ ਬਣਾਉਣਾ ਤੇ ਜੇ ਪਿਓ ਦੇ ਨਾਂ ਤੇ ਮੁੰਸਲਿਕ ਹੋਣਾ ਤਾਂ ਫਿਰ ਠੀਕ ਹੈ, ਨਾ ਤਾਂ ਨਾ ਹੀ ਬਣੇਗਾ। ਤੇ ਜੇ ਲੋੜ ਨਾਲੋਂ ਵੱਧ ਯੋਗਤਾ ਪ੍ਰਾਪਤ ਕੀਤੀ ਹੋਵੇ ਅਤੇ ਲੋੜ ਨਾਲੋਂ ਵੱਧ ਕੰਮ ਕੀਤਾ ਹੋਵੇ ਅਤੇ ਕੰਮ ਕਰਨ ਦੇ ਨਵੇਂ ਢੰਗ ਲੱਭੇ ਹੋਣ, ਔਖਾ ਕੰਮ ਚੰਗਾ ਕੀਤਾ ਹੋਵੇ ਅਤੇ ਚੰਗੀ ਚੀਜ਼ ਦੇ ਵਾਂਗ ਕੀਤਾ ਹੋਵੇ, ਔਖੇ ਕੰਮ ਦੀ ਲਾਗਤ ਵੱਧ ਹੋਵੇਗੀ ਪਰ ਨਤੀਜੇ ਸਾਰੀ ਥਕਾਵਟ ਲਾ ਦੇਣਗੇ। ਅਸੀਂ ਉਹਨਾਂ ਅਧਿਆਪਕਾਂ ਨੂੰ ਹੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿਲੇਬਸ ਤੋਂ ਬਹੁਤ ਕੁਝ ਵੱਖਰਾ ਅਤੇ ਬਾਹਰਲਾ ਦੱਸਿਆ ਹੁੰਦਾ। ਸਾਡਾ ਆਪਣੇ ਆਪ ਵਿੱਚ ਵਿਸ਼ਵਾਸ ਅਤੇ ਜੀਵਨ 'ਚ ਸਫਲ ਹੋਣ ਦਾ ਉਤਸ਼ਾਹ ਉਪਜਾਇਆ ਹੋਵੇ। ਜਿਹੜੇ ਸਫਲ ਫਿਲਮੀ ਅਦਾਕਾਰ ਵੱਡੇ, ਪ੍ਰਸਿੱਧ ਅਤੇ ਯਾਦਗਾਰੀ ਅਦਾਕਾਰਾਂ ਦੀਆਂ ਫਿਲਮਾਂ ਵੇਖਦੇ ਨੇ ਅਤੇ ਅਦਾਕਾਰੀ ਦੀਆਂ ਨਵੀਆਂ ਜੁਗਤਾਂ ਲੱਭਦੇ ਨੇ। ਜਿਹੜੇ ਵਾਰ-ਵਾਰ ਆਪਣੀਆਂ ਹੀ ਫਿਲਮਾਂ ਵੇਖਦੇ ਨੇ, ਉਹ ਵੱਡੇ ਅਦਾਕਾਰ ਨਹੀਂ ਬਣਦੇ ਅਤੇ ਉਹਨਾਂ ਨੂੰ ਵੱਡੀਆਂ ਫਿਲਮਾਂ ਵਿੱਚ ਮੌਕੇ ਵੀ ਨਹੀਂ ਮਿਲਦੇ। ਇੱਕ ਵਿਅਕਤੀ ਨੇ ਇੱਕ ਵਾਰ ਆਪਣੀ ਬਾਇਓਗ੍ਰਾਫੀ ਸੁਣਾਉਂਦਿਆਂ ਕਿਹਾ, ਆਪਣੀ ਜੀਵਨੀ ਨੂੰ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਮੈਨੂੰ ਅਰਬਪਤੀ ਬਣਨ ਦੇ ਵਿੱਚ 40 ਸਾਲ ਮਿਹਨਤ ਕਰਨੀ ਪਈ ਹੈ, ਪਰ ਦੂਸਰਾ ਅਰਬ ਕਮਾਉਣ ਦੇ ਵਿੱਚ ਕੇਵਲ 10 ਸਾਲ ਹੋਰ ਲੱਗੇ ਨੇ। ਮਾਹਰ ਵਿਅਕਤੀਆਂ ਅਤੇ ਵਿਸ਼ੇਸ਼ ਕਰਕੇ ਅਧਿਆਪਕਾਂ ਦੇ ਵਿੱਚ ਔਖੇ ਕੰਮਾਂ ਨੂੰ ਸੌਖੇ ਅਤੇ ਮੁਸ਼ਕਲ ਪ੍ਰਸ਼ਨਾਂ ਦੇ ਨਾਲ ਬਣਾਉਣ ਦਾ ਹੁਨਰ ਹੁੰਦਾ ਹੈ। ਸਕੂਲ ਦੇ ਆਖਰੀ ਸਾਲ ਦੇ ਵਿੱਚ ਇੱਕ ਵਿਦਿਆਰਥੀ ਜੂਨੀਅਰ ਪੱਧਰ ਤੇ ਸ਼ਤਰੰਜ ਦਾ ਰਾਸ਼ਟਰੀ ਚੈਂਪੀਅਨ ਸੀ, ਪਰ ਮੈਥ ਦੇ ਵਿੱਚ 2 ਵਾਰ ਫੇਲ ਹੋਣ ਕਾਰਨ ਉਸ ਦਾ ਵਿਕਾਸ ਰੁਕਿਆ ਹੋਇਆ ਸੀ। ਕਿਸੇ ਦੇ ਦੱਸਣ ਤੇ ਉਹ ਗਣਿਤ ਦੇ ਮੈਥ ਦੇ ਇੱਕ ਪ੍ਰਸਿੱਧ ਪ੍ਰੋਫੈਸਰ ਨੂੰ ਆਪਣੀ ਸਮੱਸਿਆ ਦੱਸਣ ਗਿਆ। ਸਕੂਲ ਦਾ ਵਿਦਿਆਰਥੀ ਹੋਣ ਦਾ ਕਰਕੇ ਪ੍ਰੋਫੈਸਰ ਨੇ ਪਹਿਲਾਂ ਤਾਂ ਉਸ ਦੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਪ੍ਰੋਫੈਸਰ ਆਪ ਯੂਨੀਵਰਸਿਟੀ ਦੇ ਸ਼ਤਰੰਜ ਕਲੱਬ ਦਾ ਪ੍ਰਧਾਨ ਸੀ। ਉਸ ਨੂੰ ਜਾਣ ਕੇ ਹੈਰਾਨੀ ਹੋਈ ਕਿ ਸ਼ਤਰੰਜ ਦਾ ਮਾਹਰ ਵਿਦਿਆਰਥੀ ਗਣਿਤ ਦੇ ਵਿੱਚੋਂ, ਮੈਥ ਦੇ ਵਿੱਚੋਂ ਫੇਲ ਕਿਉਂ ਹੁੰਦਾ। ਪ੍ਰੋਫੈਸਰ ਨੇ ਉਸ ਵਿਦਿਆਰਥੀ ਦੇ ਨਾਲ ਸ਼ਾਮ ਨੂੰ ਆਪਣੇ ਘਰ ਸ਼ਤਰੰਜ ਦੀ ਇੱਕ ਬਾਜੀ ਲਾਈ।
ਜਿਹੜੀ ਉਸ ਸਟੂਡੈਂਟ ਨੇ ਜਿੱਤ ਲਈ। ਦੂਸਰੀ ਬਾਜੀ ਵਿੱਚ ਵੀ ਉਸਨੇ ਉਸ ਪ੍ਰੋਫੈਸਰ ਨੂੰ ਮਾਤ ਦਿੱਤੀ। ਹੁਣ ਉਸ ਪ੍ਰੋਫੈਸਰ ਨੇ ਵਿਦਿਆਰਥੀ ਨੂੰ, ਸਟੂਡੈਂਟ ਨੂੰ ਮੈਥ ਦੀ ਬੁੱਕ ਅਤੇ ਉਸ ਵਿੱਚੋਂ ਕੁਝ ਪ੍ਰਸ਼ਨ ਹੱਲ ਕਰਕੇ ਲਿਆਉਣ ਲਈ ਅਗਲੇ ਦਿਨ ਬੁਲਾਇਆ। ਸਿਲੇਬਸ ਅਤੇ ਵਿਦਿਆਰਥੀ ਦੀ ਜਿਹੜੀ ਕਾਰਗੁਜ਼ਾਰੀ ਉਹ ਵੇਖ ਕੇ ਪ੍ਰੋਫੈਸਰ ਸਮਝ ਗਿਆ ਕਿ ਸਿਲੇਬਸ ਦੇ ਵਿੱਚ 10 ਭਾਗਾਂ ਚੋਂ 4 ਭਾਗ ਉਸ ਦੀ ਰੁਕਾਵਟ ਬਣੇ ਹੋਏ ਨੇ। ਪ੍ਰੋਫੈਸਰ ਨੇ ਐਗਜ਼ਾਮ ਦੇ ਵਿੱਚ ਰਹਿੰਦੇ ਸਿਰਫ 3 ਮਹੀਨਿਆਂ ਨੂੰ ਧਿਆਨ 'ਚ ਰੱਖ ਕੇ ਬਾਕੀ 6 ਭਾਗਾਂ ਦੇ ਅੰਦਰਲੇ ਹਰ ਇੱਕ ਕੁਐਸਚਨ ਨੂੰ ਉਸ ਸਟੂਡੈਂਟ ਤੋਂ 20 ਤੋਂ ਵੱਧ ਵਾਰ ਹੱਲ ਕਰਵਾਇਆ, ਉਸ ਦੀ ਪ੍ਰੈਕਟਿਸ ਕਰਵਾਈ। ਐਗਜ਼ਾਮ ਦੇ ਵਿੱਚ ਉਹ ਵਿਦਿਆਰਥੀ 60 ਨੰਬਰਾਂ ਦੇ ਕੀਤੇ ਪੇਪਰ ਦੇ ਵਿੱਚੋਂ 59 ਨੰਬਰਾਂ ਦੇ ਨਾਲ ਪਾਸ ਹੋਇਆ ਅਤੇ ਉਸ ਚੈਂਪੀਅਨ ਦਾ ਗੁਆਚਿਆ ਸਵੈਮਾਨ ਇਸ ਦੇ ਨਾਲ ਮੁੜ ਆਇਆ, ਜਾਂ ਕਹਿ ਲਓ ਬਹਾਲ ਹੋ ਗਿਆ। ਸਕਸੈਸਫੁਲ ਲੋਕਾਂ ਨੂੰ ਕੰਮ ਕਰਦਿਆਂ ਵੇਖਣ ਅਤੇ ਉਹਨਾਂ ਦੀ ਕਾਰਜਵਿਧੀ ਅਪਣਾਉਣ ਦੇ ਨਾਲ ਸਾਡੀ ਆਪਣੀ ਕਾਰਗੁਜ਼ਾਰੀ ਕਾਫੀ ਸੁਧਰਦੀ ਹੈ। ਕਿਸੇ ਨੇ ਵੱਡੇ ਸੰਗੀਤਕਾਰ ਦੀ ਸਫਲਤਾ ਦਾ ਜਦੋਂ ਸੀਕ੍ਰੇਟ ਪੁੱਛਿਆ ਤਾਂ ਉਸਨੇ ਕਿਹਾ, ਪ੍ਰੈਕਟਿਸ, ਅਭਿਆਸ, ਹਰ ਰੋਜ਼ ਅਭਿਆਸ। ਉਸਤਾਦ ਦੀ ਹਾਜ਼ਰੀ 'ਚ ਵੀ ਪ੍ਰੈਕਟਿਸ ਅਤੇ ਘਰ ਜਾ ਕੇ ਵੀ ਪ੍ਰੈਕਟਿਸ, ਸਵੇਰੇ ਉੱਠ ਕੇ ਵੀ ਪ੍ਰੈਕਟਿਸ ਅਤੇ ਸੌਣ ਲੱਗਿਆਂ ਵੀ ਪ੍ਰੈਕਟਿਸ। ਮੁਕਾਬਲੇਬਾਜ਼ੀ ਦੇ ਵਿਸ਼ਵ ਚੈਂਪੀਅਨ ਮੁਹੰਮਦ ਅਲੀ ਨੂੰ ਮੁਕਾਬਲੇਬਾਜ਼ੀ ਦੀ ਪ੍ਰੈਕਟਿਸ ਕਰਨਾ ਚੰਗਾ ਨਹੀਂ ਸੀ ਲੱਗਦਾ। ਉਸ ਦੀ ਮਾਂ ਕਿਹਾ ਕਰਦੀ ਸੀ, ਜੇ ਸਾਰੀ ਜ਼ਿੰਦਗੀ ਚੈਂਪੀਅਨ ਕਮਾਉਣ ਦਾ ਆਨੰਦ ਮਾਣਨਾ ਤਾਂ ਪ੍ਰੈਕਟਿਸ ਦੀ ਔਖ ਬਰਦਾਸ਼ਤ ਕਰ। ਖਿੜੇ ਮੱਥੇ ਔਖ ਬਰਦਾਸ਼ਤ ਕੀਤੀ ਅਤੇ ਵਿਸ਼ਵ ਚੈਂਪੀਅਨ ਬਣਿਆ ਮੁਹੰਮਦ ਅਲੀ। ਸੋਚੋ ਤੁਸੀਂ ਜਿੱਥੇ ਹੋ ਉੱਥੇ ਕਿਵੇਂ ਪਹੁੰਚੇ ਹੋ। ਜਿਹੜੀਆਂ ਵੱਡੀਆਂ ਵੱਡੀਆਂ ਪਦਵੀਆਂ, ਵੱਡੇ ਵੱਡੇ ਅਹੁਦਿਆਂ 'ਤੇ ਨੇ, ਉਹ ਉੱਥੇ ਕਿਵੇਂ ਪਹੁੰਚੇ ਨੇ। ਕਿਹੜੀ ਗੱਲ ਉਤਸ਼ਾਹ ਦਿੰਦੀ ਹੈ, ਕਿਹੜੀ ਗੱਲ ਰਸਤਾ ਰੋਕਦੀ ਹੈ, ਕਿਹੜੀਆਂ ਤੁਹਾਡੀਆਂ ਅੰਦਰਲੀਆਂ ਸ਼ਕਤੀਆਂ ਨੇ, ਤੁਹਾਡੀਆਂ ਬਾਹਰਲੀਆਂ ਰੁਕਾਵਟਾਂ ਨੇ ਜੋ ਤੁਹਾਨੂੰ ਰੋਕਦੀਆਂ ਨੇ। ਰੁਕਾਵਟਾਂ ਦੇ ਬਾਰੇ ਠਰਮੇ ਦੇ ਨਾਲ, ਧੀਰਜ ਦੇ ਨਾਲ ਸੋਚੋ, ਹੋਰਨਾਂ ਦੇ ਨਾਲ ਸਲਾਹ ਕਰੋ, ਹੱਲ ਨਿਕਲ ਆਵੇਗਾ। ਇੱਕ ਵਾਰ ਇੱਕ ਤੰਗ ਪਹਾੜੀ ਰਸਤੇ ਤੇ ਇੱਕ ਕਾਰ ਪੰਕਚਰ ਹੋ ਗਈ। ਮਾਲਕ ਨੇ ਕਾਰ ਇੱਕ ਪਾਸੇ ਖੜੀ ਕਰਕੇ ਪਹੀਆ ਖੋਲ੍ਹਿਆ। ਡਿੱਗੀ ਵਿੱਚੋਂ ਜਦੋਂ ਦੂਸਰਾ ਪਹੀਆ ਕੱਢਿਆ ਤਾਂ ਉਹ ਉਛਲ ਕੇ ਉਸਦੇ ਹੱਥਾਂ 'ਚੋਂ ਨਿਕਲ ਗਿਆ। ਪਹੀਆ ਤਾਂ ਉਸਨੇ ਝੱਟ ਕੇ ਭੱਜ ਕੇ ਫੜ ਲਿਆ, ਪਰ ਖੋਲ ਕੇ ਰੱਖੇ ਨਟ ਬੋਲਟ ਥੱਲੇ ਰੁੜ ਗਏ। ਮਾਲਕ ਪਰੇਸ਼ਾਨ ਸੀ, ਨੇੜਿਓਂ ਕੋਈ ਮਦਦ ਸੰਭਵ ਨਹੀਂ ਸੀ। ਉੱਥੋਂ ਲੰਘਦੇ ਇੱਕ ਇੰਜੀਨੀਅਰ ਨੇ ਉਸ ਦੀ ਨਟ ਬੋਲਟ ਰੁੜ ਜਾਣ ਦੀ ਸਮੱਸਿਆ ਸੁਣੀ ਤਾਂ ਕਿਹਾ, ਕਾਰ ਨੂੰ ਲੱਗੇ ਹੋਏ 3 ਪਹੀਆਂ ਦਾ ਇੱਕ ਇੱਕ ਨਟ ਬੋਲਟ ਖੋਲ ਕੇ ਚੌਥੇ ਪਹੀਏ ਨੂੰ ਲਾ ਲਓ, ਕਾਰ ਚੱਲ ਪਵੇਗੀ। ਮਾਰੂਥਲਾਂ ਦੇ ਵਿੱਚ ਦੋਸਤੋ ਦਿਸ਼ਾਵਾਂ ਨਹੀਂ ਹੁੰਦੀਆਂ। ਲਗਭਗ 50 ਸਾਲ ਪਹਿਲਾਂ ਤੱਕ ਸਹਾਰਾ ਮਾਰੂਥਲ ਦੇ ਵਿੱਚ ਹਰ 2000 ਯਾਤਰੀ ਰਸਤਾ ਗੁਆਚਣ ਦੇ ਨਾਲ ਮਰ ਜਾਂਦੇ ਸਨ। ਇੱਕ ਤੇਲ ਕੰਪਨੀ ਦੇ ਕਰਮਚਾਰੀ ਨੇ ਹਰ 1 ਮੀਲ ਦੇ ਫਾਸਲੇ ਤੇ ਤੇਲ ਦੇ ਵੱਡੇ ਖਾਲੀ ਡਰਮ ਰੱਖਣ ਦਾ ਸੁਝਾਅ ਦਿੱਤਾ। ਮੁਸਾਫਰਾਂ ਨੇ 2 ਡਰਮ ਹੀ ਵੇਖਣੇ ਹੁੰਦੇ ਸਨ, ਪਿਛਲਾ ਅਤੇ ਅਗਲਾ। ਗੁਆਚਣ ਤੋਂ ਬਚਣ ਵਾਸਤੇ ਇੰਨਾ ਕੁ ਸੰਕੇਤ ਕਾਫੀ ਸੀ। ਇਵੇਂ ਇੱਕ ਵੱਡੀ ਸਮੱਸਿਆ ਸੌਖੇ ਹੀ ਹੱਲ ਹੋ ਗਈ। ਸੋਚਣ ਦੀ ਲੋੜ ਹੈ ਕਿ ਕੁਝ ਲੋਕਾਂ ਦੀ ਜ਼ਿੰਦਗੀ ਕਿਉਂ ਸੌਖੀ ਹੁੰਦੀ ਹੈ ਅਤੇ ਕੁਝ ਲੋਕਾਂ ਦੀ ਜ਼ਿੰਦਗੀ ਕਿਉਂ ਔਖੀ ਹੁੰਦੀ ਹੈ। ਜਿੰਨਾ ਵੱਧ ਸਿੱਖੋਗੇ ਓਨੇ ਵੱਧ ਮਾਹਰ ਬਣੋਗੇ, ਓਨਾ ਆਤਮ ਵਿਸ਼ਵਾਸ ਵੱਧ ਹੋਵੇਗਾ। ਜਿੰਨੀ ਆਮਦਨ ਵਧੇਗੀ ਓਨੀ ਜ਼ਿੰਦਗੀ ਸੌਖੀ ਹੋਵੇਗੀ। ਜੇ ਕਿਸੇ ਕੰਮ ਵਿੱਚ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਥਕਾਵਟ ਨਹੀਂ ਹੁੰਦੀ। ਜੇ ਕੋਈ ਕੰਮ ਨਿਸ਼ਾਨਾ ਮਿੱਥ ਕੇ ਕੀਤਾ ਜਾਵੇ ਤਾਂ ਸਫਲਤਾ ਹੀ ਮਿਲਦੀ ਹੈ। ਸਪਸ਼ਟ ਹੈ ਕਿ ਹਰ ਖੇਤਰ ਦੇ ਵਿੱਚ ਮੁਕਾਬਲਾ ਸਖਤ ਹੈ। ਸਾਹੋ ਸਾਹ ਦੌੜਨ ਦੀ ਦੌੜ ਲੱਗੀ ਪਈ ਹੈ, ਲੋੜ ਨਹੀਂ ਹੈ, ਪਰ ਰੁਕਣਾ ਮਨਾ ਹੈ। ਇੱਕ ਪਰਿਵਾਰ ਦਾ ਅਖੀਰਲਾ ਬੱਚਾ ਬੜਾ ਕਮਜ਼ੋਰ ਸੀ। ਉਸਨੇ ਨਿੱਜੀ ਅਨੁਭਵ ਤੋਂ ਜਾਣ ਲਿਆ ਸੀ ਕਿ ਦੌੜਨ ਦੇ ਨਾਲ ਕਮਜ਼ੋਰੀ ਦੂਰ ਹੁੰਦੀ ਹੈ। ਉਹ ਦੌੜਾਂ ਲਾਉਂਦਾ ਸੀ, ਪਰ ਹਰ ਰੋਜ਼ ਉਹ ਅਖੀਰਲਾ ਦੌੜਾਕ ਹੀ ਹੁੰਦਾ ਸੀ, ਯਾਨੀ ਸਭ ਤੋਂ ਅਖੀਰ ਵਿੱਚ ਆਉਂਦਾ ਸੀ। ਸਾਰੇ ਉਸ ਦਾ ਮਖੌਲ ਉਡਾਉਂਦੇ ਸਨ ਅਤੇ ਦੌੜਨ ਤੋਂ ਰੋਕਦੇ ਸਨ, ਟਿਚਰਾਂ ਕਰਦੇ ਸਨ। ਪਰ ਉਹ ਉਤਸ਼ਾਹ ਦੇ ਨਾਲ ਕਿਹਾ ਕਰਦਾ ਸੀ ਕਿ ਇੱਕ ਵਾਰ ਅਵਲ ਆਉਣਾ ਹੈ, ਪਹਿਲੇ ਨੰਬਰ ਤੇ ਆਉਣਾ ਹੈ। ਅਵਲ ਆ ਕੇ ਤੁਹਾਡੇ ਚਾਹੇ ਦੇ ਅਨੁਸਾਰ ਦੌੜਨਾ ਬੰਦ ਕਰ ਦੇਵਾਂਗਾ। ਯਤਨ ਕਰਦਾ ਕਰਦਾ ਉਹ ਇੱਕ ਦੌੜ ਵਿੱਚ ਅਵਲ ਆ ਗਿਆ। ਅਵਲ ਆ ਗਿਆ ਮਤਲਬ ਫਸਟ ਆ ਗਿਆ। ਇਸ ਤੋਂ ਬਾਅਦ ਉਹ ਹਰ ਵਾਰ ਫਸਟ ਆਉਂਦਾ ਰਿਹਾ। ਠਰਮੇ ਨਾਲ ਸੋਚਣ ਤੇ ਸਮੱਸਿਆਵਾਂ ਹੱਲ ਕਰਨ ਦੇ ਢੰਗ ਸੁੱਝ ਜਾਂਦੇ ਨੇ। ਕੁਝ ਸਾਲ ਪਹਿਲਾਂ ਇੰਟਰਨੈਸ਼ਨਲ ਫੁੱਟਬਾਲ ਕੰਪੀਟੀਸ਼ਨਸ ਦੇ ਵਿੱਚ ਅਕਸਰ ਦੋਵੇਂ ਟੀਮਾਂ ਦੀ ਭਾਸ਼ਾ ਅਤੇ ਰੈਫਰੀਆਂ ਦੀ ਭਾਸ਼ਾ ਵੱਖ-ਵੱਖ ਹੁੰਦੀ ਸੀ। ਇੱਕ ਦੂਜੇ ਦੀ ਭਾਸ਼ਾ ਸਮਝ ਨਾ ਆਉਣ ਕਰਕੇ ਮੈਚਾਂ ਦੇ ਵਿੱਚ ਵਿਘਨ ਪੈਂਦਾ ਸੀ।
ਅਤੇ ਰੈਫਰੀ ਦੇ ਵੱਲੋਂ ਕਿਸੇ ਖਿਡਾਰੀ ਨੂੰ ਵਾਰਨਿੰਗ ਦੇਣ ਅਤੇ ਖੇਡ ਵਿੱਚੋਂ ਬਾਹਰ ਕਰਨ ਦੇ ਫੈਸਲਿਆਂ ਨੂੰ ਸਮਝਣ ਵਿੱਚ ਅਸਮਰੱਥ ਹੋਣ ਕਾਰਨ ਕਈ ਵਾਰ ਝਗੜਾ ਵੀ ਹੋ ਜਾਂਦਾ ਸੀ। ਇਸ ਸਮੱਸਿਆ ਦਾ ਕੋਈ ਸੰਤੋਖਜਨਕ ਹੱਲ ਨਹੀਂ ਸੀ ਲੱਭ ਰਿਹਾ। ਇੱਕ ਵਾਰ ਇੱਕ ਰੈਫਰੀ ਟ੍ਰੈਫਿਕ ਦੀ ਲਾਲ ਬੱਤੀ ਤੇ ਰੁਕਿਆ ਹੋਇਆ ਸੀ। ਉਸ ਨੂੰ ਖਿਆਲ ਆਇਆ ਕਿ ਟ੍ਰੈਫਿਕ ਦੀਆਂ ਪੀਲੀਆਂ ਅਤੇ ਲਾਲ ਬੱਤੀਆਂ ਦੇ ਰੰਗ ਵਾਲੇ ਕਾਰਡਾਂ ਨਾਲ ਫੁੱਟਬਾਲ ਦੇ ਮੈਚਾਂ ਵਿੱਚ ਰੈਫਰੀ ਦੇ ਫੈਸਲਿਆਂ ਦੇ ਸੰਬੰਧੀ ਜੋ ਭੁਲੇਖੇ ਨੇ ਉਹ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਖੇਡਣ ਦੇ ਵਿੱਚ ਗਲਤੀ ਕਰਨ ਵਾਲਿਆਂ ਨੂੰ ਦਿਖਾਏ ਜਾਣ ਵਾਲੇ ਕਾਰਡਾਂ ਦੇ ਲਈ ਪੀਲਾ ਅਤੇ ਲਾਲ ਰੰਗ ਅਪਣਾਉਣ ਦੇ ਨਾਲ ਇਹ ਸਮੱਸਿਆ ਹੱਲ ਹੋ ਗਈ। ਜਾਪਾਨ ਦੀ ਇੱਕ ਸਾਬਣ ਬਣਾਉਣ ਵਾਲੀ ਕੰਪਨੀ ਦੇ ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਕਈ ਵਾਰ ਸਾਬਣ ਦੀਆਂ ਖਰੀਦੀਆਂ ਗਈਆਂ ਡੱਬੀਆਂ ਦੇ ਵਿੱਚ ਸਾਬਣ ਨਹੀਂ ਹੁੰਦਾ। ਪ੍ਰਸਿੱਧ ਅਤੇ ਮਸ਼ਹੂਰ ਕੰਪਨੀ ਹੋਣ ਦਾ ਕਰਕੇ ਉਹਨਾਂ ਵਾਸਤੇ ਇਹ ਬੜੀ ਬੇਇੱਜ਼ਤੀ ਵਾਲੀ ਗੱਲ ਸੀ। ਇਹ ਵਾਪਰਨ ਹੋਣ ਤੋਂ ਰੋਕਣ ਵਾਸਤੇ ਕਈ ਹੱਲ ਸੁਝਾਏ ਗਏ, ਪਰ ਉਹ ਸਾਰੇ ਕਾਫੀ ਮਹਿੰਗੇ ਸਨ। ਇੱਕ ਵਰਕਰ ਨੇ ਸੁਝਾਅ ਦਿੱਤਾ ਕਿ ਇਹ ਸਮੱਸਿਆ ਬੜੀ ਸੌਖੇ ਹੀ ਹੱਲ ਕੀਤੀ ਜਾ ਸਕਦੀ ਹੈ। ਉਸਨੇ ਕਿਹਾ ਕਿ ਜਦੋਂ ਸਾਬਣ ਡੱਬੀ ਦੇ ਵਿੱਚ ਭਰਨ ਲੱਗਦੇ ਨੇ, ਉਸ ਤੋਂ ਬਾਅਦ ਡੱਬੀ ਬੈਲਟ ਤੇ ਚੜ੍ਹਦੀ ਹੈ ਤਾਂ ਉੱਥੇ ਇੱਕ ਵੱਡਾ ਤੇ ਸ਼ਕਤੀਸ਼ਾਲੀ ਪੱਖਾ ਚਲਾਇਆ ਜਾਵੇ, ਜਿਸ ਦੀ ਤੇਜ਼ ਹਵਾ ਖਾਲੀ ਡੱਬੀਆਂ ਨੂੰ ਉਡਾ ਦੇਵੇਗੀ। ਇਵੇਂ ਕੋਈ ਖਾਲੀ ਡੱਬੀ ਅੱਗੇ ਨਹੀਂ ਜਾਵੇਗੀ। ਸਾਇੰਸਦਾਨਾਂ ਦੀਆਂ ਪ੍ਰਾਪਤੀਆਂ, ਕਾਢਾਂ, ਘਾੜਤਾਂ ਨੇ ਔਖੇ ਕੰਮ ਸੌਖੇ ਕਰ ਦਿੱਤੇ ਹਨ। ਪਹਾੜ ਤੇ ਚੜ੍ਹਨ ਵਾਂਗ ਔਖੇ ਕੰਮ ਵਾਲੇ ਆਪਣੀਆਂ ਮੁਸ਼ਕਲਾਂ ਆਪ ਹੱਲ ਕਰਦੇ ਨੇ। ਮਾਊਂਟ ਐਵਰੈਸਟ ਨੂੰ ਫਤਿਹ ਕਰਨਾ ਇਨਸਾਨ ਦੇ ਸਿਦਕ, ਸਰੜ ਅਤੇ ਹੌਸਲੇ ਦਾ ਸਬੂਤ ਹੈ। ਮਾਊਂਟ ਐਵਰੈਸਟ ਤੇ ਚੜ੍ਹਨ ਵਾਲੇ ਬੰਦੇ ਨੂੰ ਇਹ ਕਹੋ ਕਿ ਤੈਨੂੰ ਕਿਸੇ ਚੌਪਰ ਹੈਲੀਕਾਪਟਰ ਦੇ ਵਿੱਚ ਬਿਠਾਉਂਦੇ ਆ ਅਤੇ ਤੈਨੂੰ ਚੋਟੀ ਦੇ ਉੱਪਰ ਉਤਾਰਾਂਗੇ ਅਤੇ ਉੱਥੇ ਝੰਡਾ ਲਾ ਕੇ ਤੂੰ ਆਪਣੀ ਫੋਟੋ ਖਿਚਵਾ ਅਤੇ ਫੁੰਡੀ ਮਾਰ, ਪਰ ਉਹ ਇਸ ਨੂੰ ਨਾ ਕਰੇਗਾ, ਕਿਉਂਕਿ ਉਸ ਨੂੰ ਉਸ ਵਿੱਚ ਜੋ ਚਾਹੀਦਾ ਹੈ, ਜੋ ਉਸ ਦਾ ਸਰੜ ਹੈ, ਜੋ ਸਿਦਕ ਹੈ, ਜੋ ਹੌਸਲੇ ਦਾ ਸਬੂਤ ਉਹ ਦਿਖਾਉਣਾ ਚਾਹੁੰਦਾ, ਉਹਨਾਂ ਵਿੱਚੋਂ ਕੋਈ ਵੀ ਚੀਜ਼ ਪੂਰੀ ਨਹੀਂ ਹੁੰਦੀ। ਇਸ ਲਈ ਦੋਸਤੋ, ਜਿਹੜੇ ਸਿਖਰ ਤੇ ਪਹੁੰਚਣ ਵਿੱਚ ਯਾਨੀ ਚੋਟੀ ਤੇ ਪਹੁੰਚਣ ਵਿੱਚ ਸਫਲ ਹੋਏ, ਉਹ ਤਿਆਰੀ ਕਰਕੇ ਗਏ ਸਨ। ਆਪਣੀਆਂ ਮੁਸ਼ਕਲਾਂ ਹੋਰਾਂ ਨੂੰ ਦੱਸੋਗੇ ਤਾਂ ਬਹੁਤੇ ਪਰਵਾਹ ਨਹੀਂ ਕਰਨਗੇ, ਸਗੋਂ ਤੁਹਾਡੀਆਂ ਮੁਸ਼ਕਲਾਂ ਤੇ ਖੁਸ਼ ਹੋਣਗੇ, ਟਾਂਚ ਕਰਨਗੇ। ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ ਔਖੇ ਸਮਿਆਂ ਵਿੱਚ ਕੰਮ ਆਉਂਦੇ ਨੇ। ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਜਾਣਕਾਰੀ ਅਤੇ ਟੈਕਨੋਲੋਜੀ ਮੀਂਹ ਦੇ ਵਾਂਗ ਵਰ ਰਹੀ ਹੈ। ਅਵਸਰ, ਮੌਕੇ ਵਾਜਾਂ ਮਾਰ ਰਹੇ ਨੇ। ਤੁਸੀਂ ਔਖੇ ਕੰਮ ਕਰਨ ਦਾ ਬੀੜਾ ਚੁੱਕੋ। ਸੰਸਾਰ, ਇਹ ਦੁਨੀਆ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਵਾਅਦਾ ਨਿਭਾਵੇਗੀ। ਮੈਂ ਸੀ ਪ੍ਰਿੰਸ ਚੋਗਾਵਾਂ ਅਤੇ ਆਸ ਹੈ ਕਿ ਜੋ ਥਾਟ ਮੈਂ ਕਨਵੇ ਕਰਨਾ ਚਾਹੁੰਦਾ ਸੀ, ਉਮੀਦ ਹੈ ਕਿ ਉਹ ਕਰ ਸਕਿਆ ਹੋਵਾਂਗਾ। ਧੰਨਵਾਦ।